ਸਾਰੀਆਂ ਕੌਮਾਂ ਦਾ ਬਚਾਅ ਕਰਨ ਦੇ ਲਈ ਦੇਖ ਪ੍ਰਭੂ ਨੇ ਉਸ ਇੱਕ ਨਿੱਕੀ ਜਿਹੀ ਕੌਮ ਦਾ ਬਚਾਅ ਕਰਨ ਦੇ ਲਈ ਪ੍ਰਭੂ ਨੇ ਕਿੱਦਾਂ ਆਲੇ ਦੁਆਲੇ ਘੇਰਾ ਪਾਇਆ, ਕਿੱਦਾਂ ਸਾਰੀਆਂ ਕੌਮਾਂ ਨੂੰ ਯੂਜ਼ ਕਰਦਾ ਪਿਆ। ਤੇ ਫਿਰ ਕਿਉਂ ਨਾ ਉਹ ਸਾਰੀਆਂ ਕੌਮਾਂ ਨੂੰ ਦੇ ਲਈ ਮੁਕਤੀਦਾਤਾ ਬਣ ਕੇ ਕਿਉਂ ਨਹੀਂ ਆਏਗਾ? ਜ਼ਰੂਰ ਆਏਗਾ। ਸੋ ਹੁਣ ਅਸੀਂ ਜਿਸ ਲਈ ਵਾਪਸ ਸਾਦਮ ਔਰ ਗੋਮੋਰਾ ਦੇ ਉੱਤੇ ਜਾਂਦੇ ਹਾਂ, ਜਿਹੜੇ ਅਸੀਂ ਹਿੱਸੇ ਦੇਖ ਕੇ ਹਟੇ ਹਾਂ ਕਿ ਕੀ ਕਾਰਨ ਸੀ ਜਿਸ ਦੇ ਨਾਲ ਇਹ ਇੰਨਾ ਵੱਡਾ ਉਸ ਹਿੱਸੇ ਦਾ ਨਾਸ਼ ਜਿਹੜਾ ਹੋਇਆ, ਕੀ ਸਭ ਤੋਂ ਵੱਡਾ ਕਾਰਨ ਸੀ? ਅਸੀਂ 19ਵੇਂ ਭਾਗ ਦੇ ਵਿੱਚ ਆ ਗਏ ਹਾਂ। ਉਤਪਤ ਦੇ ਕੋਈ ਜਾਣਾ ਇਸ ਦੀ 1 ਆਇਤ ਤੋਂ ਲੈ ਕੇ 11 ਆਇਤ ਤੱਕ ਦੇ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ। ਸਦੋਮ ਦਾ ਪਾਪ। ਜਦੋਂ ਉਹ ਦੋਵੇਂ ਸਵਰਗਦੂਤ ਸਦੋਮ ਨਗਰ ਵਿੱਚ ਪਹੁੰਚੇ ਤਾਂ ਇਹ ਤਰਕਾਲਾਂ ਦਾ ਸਮਾਂ ਸੀ। ਲੂਤ ਉਸ ਸਮੇਂ ਸਦੋਮ ਦੇ ਬਾਹਰਲੇ ਫਾਟਕ ਕੋਲ ਬੈਠਾ ਸੀ। ਲੂਤ ਉਹਨਾਂ ਦੋਹਾਂ ਨੂੰ ਦੇਖਦਿਆਂ ਹੀ ਉਹਨਾਂ ਨੂੰ ਮਿਲਣ ਦੇ ਲਈ ਉੱਠ ਖੜਾ ਹੋਇਆ। ਉਸਨੇ ਉਹਨਾਂ ਨੂੰ ਧਰਤੀ ਤੇ ਮੂੰਹ ਭਾਰ ਡੇਕ ਕੇ ਪ੍ਰਣਾਮ ਕੀਤਾ। ਲੂਤ ਨੇ ਉਹਨਾਂ ਨੂੰ ਕਿਹਾ, ਸ਼੍ਰੀਮਾਨ ਜੀਓ, ਮੈਂ ਤੁਹਾਡਾ ਸੇਵਕ ਹਾਂ। ਤੁਸੀਂ ਆ ਕੇ ਆਪਣੇ ਪੈਰ ਧੋਵੋ ਅਤੇ ਆਪਣੇ ਦਾਸ ਦੇ ਘਰ ਰਾਤ ਭਰ ਆਰਾਮ ਕਰੋ। ਫਿਰ ਤੁਸੀਂ ਸਵੇਰ ਨੂੰ ਉੱਠ ਕੇ ਆਪਣੀ ਅਗਲੀ ਯਾਤਰਾ ਕਰ ਸਕਦੇ ਹੋ। ਪਰ ਉਹਨਾਂ ਨੇ ਉੱਤਰ ਦਿੱਤਾ, ਨਹੀਂ, ਅਸੀਂ ਰਾਤ ਬਾਹਰ ਹੀ ਕੱਟਾਂਗੇ। ਪਰ ਲੂਤ ਨੇ ਉਹਨਾਂ ਨੂੰ ਹੋਰ ਜ਼ੋਰ ਨਾਲ ਕਿਹਾ ਤਾਂ ਉਹ ਉਸ ਦੇ ਨਾਲ ਉਸ ਦੇ ਘਰ ਗਏ। ਤਦ ਲੂਤ ਨੇ ਉਹਨਾਂ ਲਈ ਭੋਜਨ ਬਣਵਾਇਆ ਅਤੇ ਜੋ ਉਹਨਾਂ ਮਿਲ ਕੇ ਖਾਧਾ। ਪਰ ਅਜੇ ਲੂਤ ਦੇ ਉਹ ਦੋਵੇਂ ਪ੍ਰਾਹੁਣੇ ਸੌਣ ਹੀ ਲੱਗੇ ਸਨ ਕਿ ਸਦੋਮ ਦੇ ਲੋਕਾਂ ਨੇ ਲੂਤ ਦੇ ਘਰ ਨੂੰ ਘੇਰ ਲਿਆ। ਉਹਨਾਂ ਨੇ ਲੂਤ ਨੂੰ ਕਿਹਾ, ਜੋ ਤੇਰੇ ਘਰ 2 ਮਨੁੱਖ ਆਏ ਹਨ, ਉਹ ਕਿੱਥੇ ਹਨ? ਉਹਨਾਂ ਨੂੰ ਬਾਹਰ ਘੱਲ, ਅਸੀਂ ਉਹਨਾਂ ਨੂੰ ਜਾਣਨਾ ਚਾਹੁੰਦੇ ਹਾਂ। ਪਰ ਲੂਤ ਆਪ ਬਾਹਰ ਬੂਹੇ ਤੇ ਗਿਆ ਅਤੇ ਜਾ ਕੇ ਬੂਹਾ ਬੰਦ ਕਰ ਲਿਆ। ਲੂਤ ਨੇ ਲੋਕਾਂ ਨੂੰ ਕਿਹਾ, ਮੇਰੇ ਮਿੱਤਰੋ, ਇਹ ਬੁਰਾ ਕੰਮ ਨਾ ਕਰੋ। ਦੇਖੋ, ਮੇਰੀਆਂ 2 ਕੁਆਰੀਆਂ ਧੀਆਂ ਹਨ। ਮੈਂ ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਹਾਂ ਅਤੇ ਜੋ ਤੁਸੀਂ ਚਾਹੋ ਉਹਨਾਂ ਨਾਲ ਕਰ ਲਵੋ। ਪਰ ਮੇਰੇ ਇਹਨਾਂ ਪ੍ਰਾਹੁਣਿਆਂ ਨੂੰ ਕੁਝ ਨਾ ਕਹੋ, ਕਿਉਂਕਿ ਉਹ ਮੇਰੀ ਛੱਤ ਹੇਠ ਆਏ ਹਨ ਅਤੇ ਉਹਨਾਂ ਦੀ ਰੱਖਿਆ ਕਰਨਾ ਮੇਰਾ ਕਰਤੱਵ ਹੈ। ਪਰ ਸਦੋਮ ਦੇ ਲੋਕ ਲੂਤ ਨੂੰ ਬੋਲੇ, ਤੂੰ ਆਪ ਵਿਦੇਸ਼ੀ ਹੈ, ਪਿੱਛਾ ਹਟ ਕੇ ਤੂੰ ਸਾਨੂੰ ਸਮਝਾਏਂਗਾ, ਅਸੀਂ ਤੇਰਾ ਉਹਨਾਂ ਨਾਲੋਂ ਵੀ ਬੁਰਾ ਹਾਲ ਕਰਾਂਗੇ। ਸੋ ਉਹਨਾਂ ਅਗਾਂਹ ਵੱਧ ਕੇ ਲੂਤ ਨੂੰ ਇੱਕ ਪਾਸੇ ਕਰ ਦਿੱਤਾ ਕਿ ਉਹ ਉਸ ਦੇ ਘਰ ਦਾ ਬੂਹਾ ਤੋੜਨ। ਪਰ ਅੰਦਰੋਂ ਦੋਹਾਂ ਪ੍ਰਾਹੁਣਿਆਂ ਨੇ ਲੂਤ ਨੂੰ ਅੰਦਰ ਖਿੱਚ ਲਿਆ ਅਤੇ ਫਿਰ ਬੂਹਾ ਬੰਦ ਕਰ ਦਿੱਤਾ। ਇਸ ਦੇ ਪਿੱਛੋਂ ਉਹਨਾਂ ਦੋਹਾਂ ਨੇ ਉਹਨਾਂ ਸਭ ਲੋਕਾਂ ਨੂੰ ਅੰਨ੍ਹਿਆ ਕਰ ਦਿੱਤਾ ਜੋ ਬਾਹਰ ਘਰ ਦੇ ਬੂਹੇ ਨੂੰ ਤੋੜ ਰਹੇ ਸਨ। ਤਦ ਉਹ ਸਭ ਟੋ ਕੇ ਰਾਹ ਲੱਭਣ ਲੱਗੇ। ਆਮੀਨ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਹ ਦੇਖਦੇ ਪਏ ਹਾਂ, ਅਸੀਂ ਇਹ ਪਿੱਛੇ ਵੀ ਦੇਖਦੇ ਹਾਂ ਕਿ ਜਿਸ ਵੇਲੇ ਇਸੇ ਤਰ੍ਹਾਂ ਅਬਰਾਹਮ ਨੇ 3 ਜਾਣਿਆਂ ਨੂੰ ਦੇਖਿਆ ਸੀ, ਉਸਨੇ ਫਟਾਫਟ ਗਿਆ, ਉਸਨੇ ਕਿਹਾ ਕਿ ਤੁਸੀਂ ਆਓ, ਆਪਣੇ ਪੈਰ ਧੋਵੋ ਔਰ ਤੁਸੀਂ ਅੱਜ ਇੱਥੇ ਰਹੋ, ਖਾਓ ਪੀਓ, ਆਰਾਮ ਕਰੋ, ਤੇ ਫਿਰ ਤੁਸੀਂ ਆਪਣੀ ਅਗਲੀ ਯਾਤਰਾ ਤੇ ਚਲੇ ਜਾਣਾ। ਸੋ ਇਹ ਬੇਸਿਕਲੀ ਉਹੀ ਚੀਜ਼ ਹੈ ਕਿ ਜਿਸ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਹਾ ਜਾਂਦਾ ਕਿ ਅਤਿਥੀ ਦੇਵੋ ਭਵ, ਕਿ ਜਿਹੜਾ ਪ੍ਰਾਹੁਣਾ ਹੈ, ਜਿਹੜਾ ਅਤਿਥੀ ਆਉਂਦਾ, ਉਹ ਪਰਮੇਸ਼ਵਰ ਦੇ ਬਰਾਬਰ। ਸੋ ਜਿਸਲੇ ਲੂਤ ਨੇ ਇਹ ਕੰਮ ਕੀਤਾ ਤੇ ਉਧਰਲੇ ਪਾਸਿਓਂ ਅਬਰਾਹਮ ਇਹ ਕਹਿ ਰਿਹਾ ਕਿ ਜੇ ਤੇ ਤੁਹਾਨੂੰ 10 ਮਿਲ ਗਏ, ਕੀ 10 ਦੀ ਖਾਤਰ ਤੁਸੀਂ ਛੱਡ ਦਿਓਗੇ? ਕੀ ਤੂੰ ਉਸਨੂੰ ਇਹ ਦੋਨਾਂ ਨਗਰਾਂ ਨੂੰ ਛੱਡ ਦੇਂਗਾ? ਪ੍ਰਭੂ ਨੇ ਕਿਹਾ ਕਿ ਹਾਂ, ਮੈਂ ਛੱਡ ਦੂੰਗਾ। ਸੋ ਉਹ 2 ਉਸ ਨਗਰ ਦੇ ਅਤਿਥੀ ਆ। ਪਰਿਵਾਰ ਕੋਈ ਹਾਲੇ ਕੋਈ ਇੰਨੇ ਜ਼ਿਆਦਾ ਬੰਦ ਨਹੀਂ ਹੋਏ। ਠੀਕ, ਅਸੀਂ ਹਾਲੇ ਤੱਕ ਨੋਹਾ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਅਸੀਂ ਵੱਧ ਤੋਂ ਵੱਧ 400 ਸਾਲ ਦੇ ਟਾਈਮ ਦੇ ਵਿੱਚ ਹੋਵਾਂਗੇ। ਸੋ ਹਾਲੇ ਤੱਕ ਉਹ ਸਾਰੀਆਂ ਚੀਜ਼ਾਂ ਹੈਗੀਆਂ। ਹਾਲੇ ਤੱਕ ਤਾਂ ਨੋਹਾ ਦਾ ਪੋਤਾ ਹੁਣੇ ਮਰ ਕੇ ਹਟਿਆ ਔਰ ਉਹਦਾ ਪੁੱਤ ਹਾਲੇ ਜਿੰਦਾ ਆ। ਸੋ ਇੰਨੀ ਦੂਰ ਨਹੀਂ ਚੀਜ਼ਾਂ ਗਈਆਂ, ਪਰ ਇੱਕ ਹਿੱਸਾ ਇੰਨਾ ਤਬਾਹ ਹੋ ਚੁੱਕਾ ਜਿਹੜੇ ਬਾਕੀ ਦੇ ਨੂੰ ਵੀ ਤਬਾਹ ਕਰ ਸਕਦੇ। ਸੋ ਪ੍ਰਭੂ ਨੇ ਇਸ ਕਰਕੇ ਉਸ ਡਿਜ਼ੀਜ਼ ਦਾ ਉੱਥੇ ਕੰਟਰੋਲ ਕੀਤਾ। ਪਰ ਪ੍ਰਭੂ ਆਪਣੇ ਵਾਅਦੇ ਦਾ ਪ੍ਰਭੂ ਹੈ।
ਉਸਨੇ ਕਿਹਾ ਸੀ ਜੇ ਮੈਨੂੰ ਦਾਸ ਮਿਲ ਗਏ ਤਾਂ ਮੈਂ ਤਬਾਹ ਨਹੀਂ ਕਰੂੰਗਾ। ਸੋ ਇਹ ਸਾਰੇ ਨਗਰ ਦਾ ਟੈਸਟ ਆ ਉੱਥੇ। ਪ੍ਰਭੂ ਨੂੰ ਉੱਥੇ ਜਿਸ ਲਈ ਉਹ ਗਏ ਆ, ਲੂਤ ਨੇ ਉਹਨਾਂ ਦਾ ਵੈਲਕਮ ਕੀਤਾ, ਉਹਨਾਂ ਨੂੰ ਆਪਣੇ ਘਰ ਬੁਲਾਇਆ, ਉਹਨਾਂ ਨੂੰ ਖਿਲਾਇਆ ਪਿਲਾਇਆ। ਲੂਤ ਦੀਆਂ 2 ਬੱਚੀਆਂ ਜਿਹੜੀਆਂ ਉੱਥੇ ਉਸਦੇ ਨਾਲ, ਸੋ ਉਹਨਾਂ ਦੇ ਅਨੁਸਾਰ ਉਹਨਾਂ ਨੂੰ 4 ਮਿਲ ਗਏ। ਬੰਦੇ ਦੇਖਦੇ ਰਹਿੰਦੇ ਐਵੇਂ ਉਹਨਾਂ ਨੂੰ 4 ਮਿਲ ਗਏ ਔਰ ਇਸ ਕਰਕੇ ਉਹਨਾਂ ਨੇ ਖਾਧਾ ਪੀਤਾ ਔਰ ਉਸ ਦੇ ਨਾਲ ਸਮਾਂ ਬਿਤਾਇਆ। ਅਗਲੇ ਦਿਨ ਉਹਨਾਂ ਨੇ ਦੇਖਣਾ ਸੀ ਕਿ ਕੀ ਪ੍ਰਭੂ ਇਸ ਨਗਰ ਦੇ ਵਿੱਚ ਹੋਰ ਵੀ ਲੋਕ ਹੈਗੇ ਜਿਹੜੇ ਭਲੇ, ਲੇਕਿਨ ਉਹ ਮੌਕਾ ਹੀ ਨਹੀਂ ਆਇਆ। ਉਹਨਾਂ ਲੋਕਾਂ ਨੇ ਆ ਕੇ ਲੂਤ ਦੇ ਘਰ ਨੂੰ ਘੇਰਾ ਪਾ ਲਿਆ, ਜਦ ਕਿ ਲੂਤ ਦਾ ਤੇ ਅਬਰਾਹਮ ਦਾ ਇੱਕ ਬਹੁਤ ਵੱਡਾ ਉਹਨਾਂ ਦੇ ਉੱਤੇ ਅਹਿਸਾਨ। ਕਲਾਲਾਮਪੁਰ ਦੇ ਰਾਜੇ ਜਿਸ ਲਈ ਆਏ ਸੀਗੇ ਤਾਂ ਉਹ ਇਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਲੈ ਗਏ ਸੀ। ਇਹਨਾਂ ਦੇ ਧੀਆਂ ਪੁੱਤ, ਇਹਨਾਂ ਦੇ ਜਾਨਵਰ, ਇਹਨਾਂ ਦੀਆਂ ਚੀਜ਼ਾਂ ਸਭ ਬੰਦੀ ਬਣਾ ਕੇ ਲੈ ਗਏ ਸੀ, ਸਭ ਕੁਝ ਲੈ ਗਏ ਸੀ। ਔਰ ਲੂਤ ਦੇ ਰਾਹੀਂ, ਲੂਤ ਦੇ ਕਾਰਨ ਅਬਰਾਹਮ ਆਇਆ ਸੀ ਔਰ ਪ੍ਰਭੂ ਨੇ ਅਬਰਾਹਮ ਨੂੰ ਜਿੱਤ ਦਿੱਤੀ ਸੀ। ਇੱਕ ਬਹੁਤ ਵੱਡੇ ਅਹਿਸਾਨ ਦੇ ਥੱਲੇ ਆ ਉਹ ਲੋਕ। ਲੇਕਿਨ ਜਿੱਦਾਂ ਹੀ ਹੁਣ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਉਹਨਾਂ ਦੇ ਆਲੇ ਦੁਆਲੇ ਦੇ ਰਾਜੇ ਜਿਹੜੇ ਸੀਗੇ ਉਹ ਤਾਂ ਹੁਣ ਬੇਸਿਕਲੀ ਖਤਮ ਹੋ ਗਏ, ਹੁਣ ਸਾਡੇ ਉੱਤੇ ਕੋਈ ਕਿਸੇ ਨੇ ਹਮਲਾ ਨਹੀਂ ਕਰਨਾ, ਜਿਹੜੀ ਉਹਨਾਂ ਦੀ ਜ਼ਿੰਦਗੀ ਸੀਗੀ ਉਹ ਤੋਂ ਵੀ ਜ਼ਿਆਦਾ ਭ੍ਰਸ਼ਟ ਹੋ ਗਈ। ਸੋ ਉਹ ਆਏ ਆ, ਉਹ ਕਹਿੰਦੇ ਕਿ ਉਹ ਜਿਹੜੇ 2 ਨਰ ਤੇਰੇ ਘਰ ਆਏ ਤੂੰ ਸਾਨੂੰ ਉਹਨਾਂ ਨੂੰ ਦੇ। ਸੋ ਉਹਨਾਂ ਦੇ ਨਾਲ ਉਹ ਕਰਨਾ ਕੀ ਚਾਹੁੰਦੇ? ਉਹ ਅਤਿਥੀ ਆ। ਅਤਿਥੀ ਰੱਬ ਦੇ ਬਰਾਬਰ ਹੁੰਦਾ, ਗੈਸਟ ਆ। ਲੇਕਿਨ ਉਹਨਾਂ ਨੂੰ ਬਾਹਰ ਕੱਲ ਅਸੀਂ ਉਹਨਾਂ ਨੂੰ ਜਾਣਨਾ ਚਾਹੁੰਦੇ। ਤੇ ਲੂਤ ਨੇ ਦੇਖੋ ਕਿਉਂ ਕੀ ਕਿਹਾ, ਪਰ ਲੂਤ ਨੇ ਆਪ ਬੂਹੇ ਦੇ ਬਾਹਰ ਗਿਆ ਅਤੇ ਬੂਹਾ ਬੰਦ ਕਰ ਲਿਆ ਅਤੇ ਲੂਤ ਨੇ ਲੋਕਾਂ ਨੂੰ ਕਿਹਾ ਮੇਰੇ ਮਿੱਤਰੋ ਇਹ ਬੁਰਾ ਕੰਮ ਨਾ ਕਰੋ, ਦੇਖੋ ਮੇਰੀਆਂ 2 ਕੁਆਰੀਆਂ ਧੀਆਂ ਹਨ, ਮੈਂ ਉਹਨਾਂ ਨੂੰ ਬਾਹਰ ਲੈ ਆਉਂਦਾ ਹਾਂ, ਤੁਸੀਂ ਜੋ ਚਾਹੋ ਉਸ ਦੇ ਨਾਲ ਕਰ ਲਵੋ, ਪਰ ਇਹਨਾਂ ਪ੍ਰਾਹੁਣਿਆਂ ਨੂੰ ਕੁਝ ਨਾ ਕਹੋ ਕਿਉਂਕਿ ਮੇਰੀ ਛੱਤ ਹੇਠ ਆਏ ਹਨ ਅਤੇ ਉਹਨਾਂ ਦੀ ਰੱਖਿਆ ਕਰਨਾ ਮੇਰਾ ਕਰਤੱਵ ਹੈ। ਸੋ ਇੱਥੋਂ ਸਾਨੂੰ ਉਹਨਾਂ ਦੇ ਮਨ ਦੀ ਗੱਲ ਪਤਾ ਲੱਗਦੀ ਪਈ। ਠੀਕ, ਔਰ ਇਸ ਕਰਕੇ ਉਹ ਲੂਤ ਨੂੰ ਬੋਲੇ। ਇਹ ਉਹਨਾਂ ਦਾ ਹੁਣ ਦੂਜਾ ਪਾਪ। ਪਹਿਲਾ ਪਾਪ ਉਹਨਾਂ ਦਾ ਇਹ ਹੈ, ਦੂਸਰਾ ਜਿਹੜਾ ਹੁਣ ਉੱਤੋਂ ਪਾਪ ਇਹ ਹੋਇਆ ਉਹ ਇਹ ਹੈ, ਉਹ ਹੈ ਅਹਿਸਾਨ ਫਰਾਮੋਸ਼ੀ। ਉਹ ਉਹਨਾਂ ਦੇ ਉੱਤੇ ਕਰਜ਼ ਆ ਲੂਤ ਦਾ, ਉਹ ਲੂਤ ਦੇ ਦੇਣਦਾਰ। ਉਹਨਾਂ ਨੇ ਲੂਤ ਨੂੰ, ਪਰ ਸਦੂਮ ਦੇ ਲੋਕ ਲੂਤ ਨੂੰ ਬੋਲੇ ਤੂੰ ਆਪ ਵਿਦੇਸ਼ੀ ਹੈ, ਤੂੰ ਆਪ ਵਿਦੇਸ਼ੀ ਹੈ, ਪਿਛਾ ਹਟ ਕਿ ਸਾਨੂੰ ਸਮਝਾਏਗਾ, ਅਸੀਂ ਤੇਰਾ ਉਹਨਾਂ ਨਾਲੋਂ ਵੀ ਬੁਰਾ ਹਾਲ ਕਰਾਂਗੇ। ਸੋ ਉਹਨਾਂ ਅਗਾਂਹ ਵੱਧ ਕੇ ਲੂਤ ਨੂੰ ਇੱਕ ਪਾਸੇ ਕਰ ਦਿੱਤਾ ਤੇ ਉਸਦੇ ਘਰ ਦਾ ਬੂਹਾ ਤੋੜਨ, ਪਰ ਅੰਦਰੋਂ ਉਹਨਾਂ 2 ਪ੍ਰਾਹੁਣਿਆਂ ਨੇ ਲੂਤ ਨੂੰ ਅੰਦਰ ਖਿੱਚ ਲਿਆ ਅਤੇ ਫਿਰ ਬੂਹਾ ਬੰਦ ਕਰ ਦਿੱਤਾ। ਇਸ ਦੇ ਪਿੱਛੋਂ ਉਹਨਾਂ ਦੋਹਾਂ ਨੇ ਉਹਨਾਂ ਸਭ ਲੋਕਾਂ ਨੂੰ ਅੰਨ੍ਹਿਆ ਕਰ ਦਿੱਤਾ ਜੋ ਬਾਹਰ ਘਰ ਦੇ ਬੂਹੇ ਤੋੜ ਰਹੇ ਸਨ। ਤਦ ਉਹ ਸਭ ਟੋ ਕੇ ਆਪਣਾ ਰਾਹ ਲੱਭਣ ਲੱਗੇ। ਸੋ ਇੱਥੇ ਸਾਨੂੰ ਉਹਨਾਂ ਦਾ ਗੁਨਾਹ, ਉਹਨਾਂ ਨੇ ਜਿਹੜਾ ਕੁਕਰਮ, ਨਵੇਂ ਕੁਕਰਮ ਸ਼ੁਰੂ ਕੀਤੇ ਆ ਉਹ ਦਿਖਾਈ ਦੇਣੇ ਦਿੱਤੇ ਆ। ਸੋ ਹੁਣ ਪ੍ਰਭੂ ਦੇ ਲਈ ਇਹ ਜ਼ਰੂਰੀ ਸੀ ਕਿ ਇਹ ਸਾਰੀ ਚੀਜ਼ ਨੂੰ ਇੱਥੇ ਹੀ ਇਹਨਾਂ ਨਗਰਾਂ ਦਾ ਗੰਦ ਬਾਹਰ ਨਾ ਜਾਏ। ਇਹ ਦਇਆ ਸੀ ਉਸਦੀ ਬਾਕੀ ਦੇ ਲੋਕਾਂ ਤੇ। ਬਾਕੀ ਜਿੰਨੀ ਵੀ ਜਾਫਤ ਦੀ ਨਸਲ ਬਸੀ ਹੋ ਸੀਗੀ, ਹਾਮ ਦੀ ਨਸਲ ਬਸੀ ਹੋ ਸੀਗੀ, ਅਸੀਂ ਦੇਖਦੇ ਪਏ ਹਾਂ ਸ਼ਮ ਦੀ ਨਸਲ ਬਸੀ ਹੋ ਸੀ। ਔਰ ਧਰਤੀ ਦੇ ਵੱਖ-ਵੱਖ ਏਰੀਆ ਦੇ ਵਿੱਚ ਲੋਕ ਵੱਸਦੇ ਪਏ ਸੀ, ਵੱਧਦੇ ਪਏ ਸੀ।
ਉਹਨਾਂ ਸਾਰਿਆਂ ਨੂੰ ਬਚਾਉਣ ਦੇ ਲਈ ਇੱਕ ਕੈਂਸਰ ਦਾ ਇਲਾਜ ਕਰਨਾ ਪ੍ਰਭੂ ਦੇ ਲਈ ਜ਼ਰੂਰੀ ਸੀ। ਇਹ ਪ੍ਰਭੂ ਦੀ ਦਇਆ ਸੀ। ਬੇਸ਼ੱਕ ਉਹਨਾਂ ਦੇ ਉੱਤੇ ਦਇਆ ਨਹੀਂ ਸੀ, ਪਰ ਬਾਕੀ ਦੇ ਜਿਹੜੇ ਸਾਰੇ ਉਹਨਾਂ ਦੇ ਉੱਤੇ ਸੀ, ਉਹਨਾਂ ਦੇ ਉੱਤੇ ਇਹ ਦਇਆ ਸੀ। ਅਸੀਂ ਕਈ ਵਾਰੀ ਆਪਣੀਆਂ ਆਰਮੀ ਦੀਆਂ ਵਾਰਸ ਦੀਆਂ ਮੂਵੀਆਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਫੌਜੀ ਉਹਦੀ ਗੋਲੀ ਲੱਗ ਗਈ ਆ, ਉਹਨਾਂ ਨੇ ਉਸਦੀ ਲੱਤ ਵੱਢ ਸਿੱਟੀ, ਪਰ ਉਸ ਬਚ ਗਿਆ। ਉਹ ਲੱਤ ਕਿਉਂ ਵੱਢੀ? ਬਾਕੀ ਦਾ ਸਰੀਰ ਬਚਾਉਣ ਦੇ ਲਈ, ਬਾਕੀ ਦਾ ਸਰੀਰ ਬਚਾਉਣ ਦੇ ਲਈ। ਇੱਥੇ ਇਹੋ ਹੀ ਕੰਮ ਹੋ ਰਿਹਾ ਕਿ ਇਹ ਦੋ ਨਗਰਾਂ ਨੂੰ ਪ੍ਰਭੂ ਨੇ ਧਰਤੀ ਤੋਂ ਕੱਟ ਦਿੱਤਾ। ਮੇਰੇ ਕੱਟ ਦਿੱਤਾ ਕਹਿਣ ਦਾ ਮਤਲਬ ਇਹ ਆ ਕਿ ਇੱਥੇ ਮੁੜ ਕੇ ਇਨਸਾਨ ਬਸ ਨਹੀਂ ਸਕਦਾ। ਅਸੀਂ ਦੇਖਣ ਤਾਂ ਜਾ ਸਕਦੇ, ਅਸੀਂ ਉਹ ਚਿੱਟੀ ਗੰਧ ਇਕੱਠੀ ਕਰਨ ਜਾ ਸਕਦੇ, ਜਾ ਸਕਦੇ, ਪਰ ਅਸੀਂ ਉੱਥੇ ਬਸ ਨਹੀਂ ਸਕਦੇ, ਅਸੀਂ ਉੱਥੇ ਰਹਿ ਨਹੀਂ ਸਕਦੇ, ਕਿਉਂਕਿ ਜਿਹੜਾ ਉੱਥੇ ਪਾਣੀ ਵੀ ਆ ਉਸਨੂੰ ਡੈਡ ਸੀ ਕਿਹਾ ਜਾਂਦਾ, ਔਰ ਉਸ ਪਾਣੀ ਦੇ ਵਿੱਚ ਇੰਨੇ ਮਿਨਰਲ ਆ, ਇੰਨੀਆਂ ਚੀਜ਼ਾਂ ਉਹਦੇ ਕਰਕੇ ਇਹਦੇ ਕਰਕੇ ਹੋ ਚੁੱਕੀਆਂ ਕਿ ਉਸ ਪਾਣੀ ਦੇ ਵਿੱਚ ਅਗਰ ਤੁਸੀਂ ਛਾਲ ਵੀ ਮਾਰਦੇ ਹੋ ਤੁਸੀਂ ਡੁੱਬ ਨਹੀਂ ਸਕਦੇ, ਇੰਨਾ ਭਾਰਾ ਪਾਣੀ ਆ। ਸੋ ਪ੍ਰਭੂ ਨੇ ਦਿਖਾਇਆ ਕਿ ਮੈਂ ਪਾਣੀਆਂ ਨੂੰ ਕਿੱਦਾਂ ਮਾਰੂੰਗਾ ਤੇ ਮੈਂ ਧਰਤੀ ਦਾ ਕੀ ਹਾਲ ਕਰੂੰਗਾ, ਤਾਂ ਕਿ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹੀਏ ਤੇ ਸਾਨੂੰ ਇਹ ਦੋ ਇਲਾਕੇ ਚੇਤੇ ਰਹਿਣ ਤੇ ਸਾਨੂੰ ਡੈਡ ਸੀ ਚੇਤੇ ਰਹੇ, ਸਾਨੂੰ ਡੈਡ ਸੀ ਚੇਤੇ ਰਹੇ। ਅਗਰ ਤੁਸੀਂ ਸੋਡਮ ਐਂਡ ਗਮੋਰਾ ਡਾਕੂਮੈਂਟਰੀਜ਼ ਪਾਓਗੇ ਨਾ ਤੇ 3-4 ਡਾਕੂਮੈਂਟਰੀਆਂ ਆਉਂਦੀਆਂ, ਬਹੁਤ ਰੀਅਲੀ ਗੁੱਡ ਡਾਕੂਮੈਂਟਰੀਆਂ, ਤੁਸੀਂ ਉਹਨਾਂ ਨੂੰ ਦੇਖ ਸਕਦੇ ਆ। ਔਰ ਉੱਥੋਂ ਤੁਸੀਂ ਦੇਖ ਸਕਦੇ ਹੈਗੇ ਕਿ ਡੈਡ ਸੀ ਨੂੰ ਵੀ ਦੇਖ ਸਕਦੇ ਆ। ਉਹ ਸਾਰਾ ਇਲਾਕਾ ਤੁਹਾਨੂੰ ਉੱਥੇ ਦੇਖਣ ਨੂੰ ਮਿਲਦਾ, ਔਰ ਉੱਥੇ ਹਾਲੇ ਵੀ ਦੂਰੋਂ ਤੁਸੀਂ ਇੱਦਾਂ ਦੇਖਦੇ ਤਾਂ ਇੱਦਾਂ ਲੱਗਦਾ ਕਿ ਜਿੱਦਾਂ ਇੱਥੇ ਮਹਿਲ ਹੁੰਦਾ, ਇੱਥੇ ਕਿਸੇ ਦਾ ਘਰ ਹੁੰਦਾ, ਇੱਥੇ ਕੋਈ ਲੰਬੀਆਂ ਰੋਡਾਂ ਜਿੱਦਾਂ ਏਦਾਂ ਦਿਖਾਈ ਦਿੰਦੀਆਂ। ਔਰ ਲੇਕਿਨ ਸਭ ਕੁਛ ਜਿੱਦਾਂ ਅਸੀਂ ਪੇਪਰ ਨੂੰ ਜਿੱਦਾਂ ਅੱਗ ਨਹੀਂ ਲਾਈ ਦੀ ਤਾਂ ਉਹ ਸੜ ਜਾਂਦਾ, ਤਾਂ ਦੇਖਣ ਨੂੰ ਪੇਪਰ ਵਰਗਾ ਲੱਗਦਾ, ਪਰ ਉਹ ਧੁੱਦੜ ਹੁੰਦੀ ਹੈ। ਉਦਾਂ ਹੀ ਧੁੱਦੜ ਉੱਥੇ ਜਿਹੜੀ ਵੀ ਚੀਜ਼ ਨੂੰ ਤੁਸੀਂ ਚੁੱਕਦੇ ਹੋ ਧੁੱਦੜ ਹੀ ਬਣ ਜਾਂਦੀ ਹੈ। ਸੋ ਉੱਥੋਂ ਸਾਨੂੰ ਦੇਖਣ ਨੂੰ ਮਿਲਦਾ, ਔਰ ਦਿਲ ਦੇ ਵਿੱਚ ਡਰ ਵੀ ਹੁੰਦਾ। ਉਹ ਪ੍ਰਭੂ ਦਾ ਸੱਚਾ ਡਰ ਅੰਦਰ ਪੈਦਾ ਹੁੰਦਾ ਕਿ ਪ੍ਰਭੂ ਜਿਸ ਨੇ ਇਹ ਚੀਜ਼ਾਂ ਕਹਿ ਰਿਹਾ, ਵਚਨ ਦੇ ਵਿੱਚ ਕਹਿ ਰਿਹਾ, ਤੇ ਇਹ ਕੋਈ ਆਪਣੇ ਸਾਡੇ ਮਨ ਦੇ ਬਹਿਲਾਵੇ ਨਹੀਂ ਉਹ ਕਰਦਾ ਪਿਆ, ਤੇ ਜਾਂ ਸਾਨੂੰ ਉਹ ਝੂਠਾ ਨਹੀਂ ਡਰਾਉਂਦਾ ਪਿਆ। ਜੇ ਉਹ ਕਹਿੰਦਾ ਮੈਂ ਤੇਰੀ ਮਦਦ ਕਰੂੰਗਾ ਤਾਂ ਸਾਡਾ ਮਨ ਨਹੀਂ ਬਹਿਲਾਉਂਦਾ ਪਿਆ, ਉਹ ਕਰੇਗਾ। ਉਸਨੇ ਪਲਾਨ ਦੱਸੇ ਉੱਥੇ, ਮੈਂ ਕਿੱਦਾਂ ਮਦਦ ਕਰੂੰਗਾ, ਮੈਂ ਕਿੱਦਾਂ ਤੇਰੇ ਨਾਲ ਖੜਾ ਹੋਊਂਗਾ। ਔਰ ਜਿਸ ਨੇ ਉਸਨੇ ਨਾਸ਼ ਦੀ ਗੱਲ ਕੀਤੀ ਆ, ਉਹ ਝੂਠੇ ਡਰਾਵੇ ਨਹੀਂ ਹੈ ਪ੍ਰਭੂ ਦੇ। ਬੇਸ਼ੱਕ ਹਾਲੇ ਉਹ ਸਮਾਂ ਆਇਆ ਨਹੀਂ, ਪਰ ਉਹਦੀ ਦਸਤਕ ਆ ਗਈ ਹੈ ਦਰਵਾਜ਼ੇ ਦੇ ਉੱਤੇ, ਉਸਨੇ ਦਸਤਕ ਦੇ ਦਿੱਤੀ ਹੈ। ਔਰ ਸਾਰੀ ਦੁਨੀਆ ਦਾ ਅੱਜ ਇੱਕੋ ਹੀ ਹਾਲ ਹੈ। ਹਿੰਦੁਸਤਾਨ ਦੀਆਂ ਕਦੇ ਹੁਣ ਤੁਸੀਂ YouTube ਤੇ ਮੂਵੀਆਂ ਦੇਖੋ, ਭੱਠੀਆਂ ਜਿਨ੍ਹਾਂ ਦੇ ਵਿੱਚ ਮੁਰਦੇ ਸਾੜੇ ਜਾਂਦੇ, ਭੱਠੀਆਂ ਪਿਘਲ ਗਈਆਂ, ਜਿਹੜੀਆਂ ਗਵਰਨਮੈਂਟ ਨੇ ਭੱਠੀਆਂ ਲਾਈਆਂ ਨਾ ਮੁਰਦਿਆਂ ਨੂੰ ਸਾੜਨ ਵਾਸਤੇ, ਉਹ ਪਿਘਲ ਗਈਆਂ। ਲੋਕ ਕਰੋਨਾ ਦੇ ਨਾਲ ਮਰੇ, ਉਹ ਲੋਕ ਆਪਣੇ ਅਜ਼ੀਜ਼ਾਂ ਨੂੰ ਉਹ ਉੱਥੇ ਰੱਖ ਕੇ ਤਾਂ ਆ ਜਾਂਦੇ ਆ, ਚੋਰੀ ਰੱਖ ਕੇ ਆ ਜਾਂਦੇ ਮਰੇ ਹੋਏ, ਕਿਉਂਕਿ ਲੱਕੜ ਨਹੀਂ ਲੱਭਦੀ। ਕਬਰਾਂ ਮੁਸਲਮਾਨ ਕ੍ਰਿਸਚਨ ਜਿਹੜੇ ਦੱਬਦੇ ਸੀਗੇ, ਕਬਰਾਂ ਭਰ ਗਈਆਂ,
ਹੁਣ ਪੁਰਾਣੀਆਂ ਕਬਰਾਂ ਨੂੰ ਪੱਟ ਕੇ ਉੱਥੇ ਦੱਬੇ ਜਾ ਰਹੇ। ਪ੍ਰਭੂ ਦਾ ਸ਼ਬਦ ਮਜ਼ਾਕਾਂ 'ਚ ਨਹੀਂ ਲਿਆ ਜਾ ਸਕਦਾ, ਇਹਨੂੰ ਠੱਠੀਆਂ 'ਚ ਨਹੀਂ ਲਿਆ ਜਾ ਸਕਦਾ। ਪਰ ਪ੍ਰਭੂ ਦੀ ਕਿਰਪਾ ਅਸੀਂ ਇੱਕ ਹੋਰ ਦੇਖਾਂਗੇ, ਕਿਸ ਅਬਰਾਹਮ ਦੀ ਖਾਤਰ, ਆਪਣੇ ਮਿੱਤਰ ਦੀ ਖਾਤਰ ਉਸਨੇ ਲੂਤ ਨੂੰ ਇੱਕ ਹੋਰ ਮੌਕਾ ਦਿੱਤਾ। ਉਹ 4 ਜਾਣਿਆਂ ਨੂੰ, ਉਸਨੂੰ 4 ਭਲੇ ਲੱਭੇ। ਪ੍ਰਭੂ ਨੇ ਉਹਨਾਂ 4ਾਂ ਤੇ ਕਿਰਪਾ ਕੀਤੀ ਔਰ ਅੰਤ ਦੇ ਦਿਨ ਵੀ ਇਸੇ ਤਰ੍ਹਾਂ ਹੋਏਗਾ। ਅੰਤ ਦੇ ਦਿਨ ਵੀ ਇਸੇ ਤਰ੍ਹਾਂ ਹੋਏਗਾ। ਪ੍ਰਭੂ ਨੇ ਸਾਨੂੰ ਐਵੇਂ ਨਹੀਂ ਕਿਹਾ ਕਿ ਇਹ ਰਸਤਾ ਜਿਹੜਾ ਬਹੁਤ ਸਕੜਾ, ਬਹੁਤ ਛੋਟਾ ਹੈ ਔਰ ਇਹ ਚੜਾਈ ਨਹੀਂ ਜਾਂਦਾ। ਸਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ, ਸਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ, ਕਿਉਂਕਿ ਇਸ ਵੇਲੇ ਝੂਠੇ ਮਸੀਹ ਦਾ ਵੀ ਬਹੁਤ ਜ਼ੋਰ ਹੈ ਧਰਤੀ ਤੇ, ਬਹੁਤ ਜ਼ੋਰ ਹੈ। ਬਹੁਤ ਈਜ਼ੀਲੀ ਲੋਕਾਂ ਦਾ ਧਿਆਨ, ਮਸੀਹੀਆਂ ਦਾ ਧਿਆਨ ਉਹਨਾਂ ਚੀਜ਼ਾਂ ਦੇ ਵੱਲ ਨੂੰ ਜਾ ਰਿਹਾ। ਜਿੱਦਾਂ ਲੂਤ ਦੀਆਂ ਅੱਖਾਂ ਨੂੰ ਇੱਥੇ ਦੀ ਹਰਿਆਲੀ ਨੇ ਖਿੱਚ ਲਿਆ ਸੀ ਤੇ ਉਸਨੇ ਸ਼ਹਿਰ ਦੇ ਬਾਹਰ ਜਾ ਕੇ ਡੇਰੇ ਲਾ ਲਏ। ਫਿਰ ਮੌਕਾ ਮਿਲ ਗਿਆ ਤੇ ਅੰਦਰ ਜਾ ਕੇ ਡੇਰੇ ਲਾ ਲਏ। ਇਹ ਕੰਮ ਸ਼ੁਰੂ ਹੋ ਚੁੱਕਾ ਹੈ, ਕੰਮ ਸ਼ੁਰੂ ਹੋ ਚੁੱਕਾ ਹੈ। ਆਓ ਮੇਰੇ ਨਾਲ ਅਸੀਂ ਇਸ ਦੀ 12 ਆਇਤ ਤੋਂ ਲੈ ਕੇ ਅਸੀਂ 29 ਆਇਤ ਤੱਕ ਦੇਖੀਏ, ਜਿਸ ਨੂੰ ਮਿਲ ਜਾਓ। 19ਵਾਂ ਪਾਪ। ਲੂਤ ਦਾ ਸਦੋਮ ਸ਼ਹਿਰ ਨੂੰ ਛੱਡਣਾ। ਤਦ ਉਹਨਾਂ ਦੋਹਾਂ ਮਨੁੱਖਾਂ ਨੇ ਲੂਤ ਨੂੰ ਕਿਹਾ, ਤੇਰੇ ਘਰ ਦਾ ਹੋਰ ਕੋਈ ਜੀ ਇੱਥੇ ਹੈ, ਜਵਾਈ, ਪੁੱਤਰ, ਧੀਆਂ ਜਾਂ ਹੋਰ ਕੋਈ ਇਸ ਸ਼ਹਿਰ ਵਿੱਚ? ਤਾਂ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਲੈ ਜਾ। ਅਸੀਂ ਇਸ ਸ਼ਹਿਰ ਨੂੰ ਨਾਸ਼ ਕਰਨ ਵਾਲੇ ਹਾਂ, ਕਿਉਂਕਿ ਇਸ ਸ਼ਹਿਰ ਦੇ ਪਾਪ ਦੀ ਪੁਕਾਰ ਪ੍ਰਭੂ ਤੱਕ ਪਹੁੰਚੀ ਹੈ ਅਤੇ ਉਸਨੇ ਸਾਨੂੰ ਇਸ ਸ਼ਹਿਰ ਨੂੰ ਨਾਸ਼ ਕਰਨ ਲਈ ਘੱਲਿਆ ਹੈ। ਲੂਤ ਆਪਣੇ ਹੋਣ ਵਾਲੇ ਜਵਾਈਆਂ ਕੋਲ ਗਿਆ ਤੇ ਬੋਲਿਆ, ਇਸ ਸ਼ਹਿਰ ਤੋਂ ਬਾਹਰ ਚੱਲੋ, ਪ੍ਰਭੂ ਇਸ ਨੂੰ ਨਾਸ਼ ਕਰਨ ਜਾ ਰਿਹਾ ਹੈ। ਪਰ ਉਹ ਨਾ ਮੰਨੇ, ਕਿਉਂਕਿ ਉਹ ਸਮਝ ਰਹੇ ਸਨ ਕਿ ਲੂਤ ਉਹਨਾਂ ਨਾਲ ਮਖੌਲ ਕਰ ਰਿਹਾ ਹੈ। ਫਿਰ ਜਦੋਂ ਅਜੇ ਸਵੇਰ ਹੋਣ ਵਾਲੀ ਸੀ, ਸਵਰਗਦੂਤਾਂ ਨੇ ਲੂਤ ਨੂੰ ਕਿਹਾ, ਉੱਠ ਅਤੇ ਆਪਣੀ ਪਤਨੀ ਤੇ ਦੋਹਾਂ ਧੀਆਂ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਚਲਾ ਜਾ, ਨਹੀਂ ਤਾਂ ਤੂੰ ਵੀ ਬਾਕੀ ਸ਼ਹਿਰ ਦੇ ਲੋਕਾਂ ਨਾਲ ਨਾਸ਼ ਹੋ ਜਾਵੇਂਗਾ। ਪ੍ਰਭੂ ਉਸ ਤੇ ਕਿਰਪਾਲੂ ਸੀ, ਇਸ ਲਈ ਜਦੋਂ ਉਹ ਹੋਰ ਦੇਰ ਕਰ ਰਿਹਾ ਸੀ ਤਾਂ ਉਹਨਾਂ ਦੋਹਾਂ ਮਨੁੱਖਾਂ ਨੇ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਸ਼ਹਿਰ ਤੋਂ ਬਾਹਰ ਕੱਢ ਦਿੱਤਾ। ਉਹਨਾਂ ਨੇ ਕਿਹਾ, ਤੁਸੀਂ ਸਿੱਧੇ ਪਹਾੜਾਂ ਵੱਲ ਦੌੜ ਜਾਵੋ, ਪਿੱਛੇ ਮੁੜ ਕੇ ਨਾ ਦੇਖਣਾ ਅਤੇ ਨਾ ਹੀ ਵਾਦੀ ਵਿੱਚ ਖੜੇ ਹੋਣਾ। ਪਰ ਲੂਤ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਕਿਹਾ, ਨਹੀਂ ਮੇਰੇ ਮਾਲਕੋ, ਮੇਰੇ ਤੋਂ ਇਹ ਨਹੀਂ ਹੋ ਸਕੇਗਾ, ਕਿਉਂਕਿ ਪਹਾੜ ਦੂਰ ਹਨ। ਤੁਸੀਂ ਮੇਰੇ ਤੇ ਅੱਗੇ ਹੀ ਤਰਸ ਖਾਧਾ ਹੈ ਅਤੇ ਮੇਰਾ ਜੀਵਨ ਬਚਾਇਆ ਹੈ, ਪਰ ਹੁਣ ਕਿਤੇ ਮੈਂ ਫੇਰ ਭਿਅੰਕਰ ਖਤਰੇ ਵਿੱਚ ਨਾ ਫਸ ਜਾਵਾਂ ਅਤੇ ਮਰ ਜਾਵਾਂ। ਇਸ ਲਈ ਜੇਕਰ ਆਗਿਆ ਦੇਵੋ ਤਾਂ ਮੈਂ ਉਹ ਸਾਹਮਣੇ ਦੇ ਪਿੰਡ ਵਿੱਚ ਚਲਾ ਜਾਵਾਂ, ਕਿਉਂਕਿ ਉਹ ਨੇੜੇ ਹੀ ਹੈ ਅਤੇ ਨਿੱਕਾ ਵੀ ਹੈ, ਇਹ ਕਾਰਨ ਤੇ ਮੈਂ ਬਚ ਜਾਵਾਂਗਾ। ਪ੍ਰਭੂ ਨੇ ਉਸ ਨੂੰ ਕਿਹਾ, ਠੀਕ ਹੈ, ਤੈਨੂੰ ਇਹ ਆਗਿਆ ਹੈ, ਮੈਂ ਉਹ ਪਿੰਡ ਨਾਸ਼ ਨਹੀਂ ਕਰਾਂਗਾ, ਪਰ ਛੇਤੀ ਕਰ ਅਤੇ ਉੱਥੇ ਦੌੜ ਜਾ, ਕਿਉਂਕਿ ਮੈਂ ਓਨਾ ਚਿਰ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਤੂੰ ਉੱਥੇ ਨਾ ਪਹੁੰਚ ਜਾਵੇਂ। ਉਸ ਸ਼ਹਿਰ ਦਾ ਨਾਂ ਸੋਅਰ ਪੈ ਗਿਆ। ਬਸ ਜੀ, ਇੱਥੇ ਤੱਕ ਪੜ੍ਹਨਾ, ਅੱਗੇ ਤੱਕ 29 ਤੱਕ? ਨਹੀਂ, ਅਸੀਂ ਇਸ ਦੀ 29 ਆਇਤ ਤੱਕ ਦੇਖਾਂ। ਅੱਛਾ ਜੀ। ਸਦੋਮ ਅਤੇ ਅਮਰਾ ਦੀ ਤਬਾਹੀ। ਜਦੋਂ ਲੂਤ ਸੋਅਰ ਵਿੱਚ ਪਹੁੰਚਿਆ ਤਾਂ ਸੂਰਜ ਚੜ੍ਹ ਚੁੱਕਾ ਸੀ। ਤਦ ਪ੍ਰਭੂ ਨੇ ਆਕਾਸ਼ ਤੋਂ ਬਲਦੀ ਗੰਧਕ ਦਾ ਮੀਂਹ ਸਦੋਮ ਅਤੇ ਅਮਰਾ ਤੇ ਵਰਾਇਆ। ਉਸਨੇ ਉਸ ਗੰਧਕੀ ਅੱਗ ਨਾਲ ਉਹ ਦੋਵੇਂ ਸ਼ਹਿਰ ਨਾਸ਼ ਕਰ ਦਿੱਤੇ। ਇਸ ਦੇ ਨਾਲ ਹੀ ਉਸ ਬਾਦੀ ਦੇ ਸਾਰੇ ਪ੍ਰਾਣੀਆਂ ਅਤੇ ਧਰਤੀ ਨੂੰ ਵੀ ਨਾਸ਼ ਕਰ ਦਿੱਤਾ। ਲੂਤ ਦੀ ਪਤਨੀ ਨੇ ਪਿੱਛਾ ਮੁੜ ਕੇ ਦੇਖਿਆ ਤਾਂ ਉਹ ਲੂਣ ਦਾ ਖੰਭਾ ਬਣ ਗਈ। ਅਗਲੀ ਸਵੇਰੇ ਅਬਰਾਹਮ ਉਸ ਥਾਂ ਤੇ ਗਿਆ ਜਿੱਥੇ ਉਸਨੇ ਪ੍ਰਭੂ ਦੇ ਨਾਲ ਗੱਲਾਂ ਕੀਤੀਆਂ ਸਨ। ਉਸਨੇ ਉੱਥੇ ਖੜਾ ਹੋ ਕੇ ਸਦੋਮ ਅਤੇ ਅਮੋਰਾ ਵੱਲ ਦੇਖਿਆ ਤਾਂ ਉਹ ਦੋਵੇਂ ਸ਼ਹਿਰਾਂ ਤੋਂ ਅੱਗ ਦੀ ਭੱਠੀ ਵਾਂਗ ਭੰਬੜ ਉੱਠ ਰਹੇ ਸਨ। ਪਰ ਜਦੋਂ ਪਰਮੇਸ਼ਰ ਨੇ ਉਸ ਵਾਦੀ ਦੇ ਸ਼ਹਿਰਾਂ ਨੂੰ ਨਾਸ਼ ਕੀਤਾ ਤਾਂ ਉਸਨੇ ਅਬਰਾਹਮ ਨੂੰ ਯਾਦ ਕੀਤਾ। ਅਬਰਾਹਮ ਦੇ ਕਾਰਨ ਉਸਨੇ ਲੂਤ ਨੂੰ ਉਹਨਾਂ ਸ਼ਹਿਰਾਂ ਦੇ ਨਾਲ ਨਾਸ਼ ਨਾ ਕੀਤਾ। ਆਮੀਨ। ਨਾਸ਼ ਨਾ ਕੀਤਾ। ਸੋ ਹੁਣ ਅਸੀਂ ਇੱਥੇ ਪ੍ਰਭੂ ਦੀ ਕਿਰਪਾ ਦੇਖ, ਪ੍ਰਭੂ ਦੀ
ਬਰਕਤ ਪ੍ਰਭੂ ਨੇ ਜਿਹੜੀ ਉਸਦੇ ਦਿਲ ਦੀ ਦਇਆ ਹੈ, ਮਾਫੀ ਉਸਨੂੰ ਇਹ ਬਹੁਤ ਜ਼ਰੂਰੀ, ਕਿਉਂਕਿ ਇਹ ਸਭ ਕੁਝ ਪ੍ਰਭੂ ਦਾ ਇੱਕ ਆਪਣਾ ਅੰਗ ਆ। ਠੀਕ, ਪ੍ਰਭੂ ਦੇ ਸ਼ਬਦ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ ਹੋਈ ਹੈ। ਸੋ ਹੁਣ ਉਹ ਦੇਖੋ, ਇਹ ਹੁਣ ਅਸੀਂ ਲੂਤ ਦੇ ਲਈ ਦੇਖਾਂਗੇ। ਉਸਨੇ ਕਿਹਾ ਸੀ ਕਿ ਅਗਰ ਤੈਨੂੰ 10 ਮਿਲ ਜਾ ਤੇ 10 ਦੀ ਖਾਤਰ ਮੈਂ ਸ਼ਹਿਰ ਨੂੰ ਛੱਡ ਦੂੰਗਾ। ਹੁਣ ਲੂਤ ਉੱਥੇ ਇਕੱਲਾ ਤਾਂ ਗਿਆ ਨਹੀਂ ਸੀ, ਲੂਤ ਦੇ ਨਾਲ ਉਸਦੇ ਨੌਕਰ ਔਰ ਜਿਹੜੇ ਲੂਤ ਦੇ ਨਾਲ ਜਿਹੜੇ ਲੋਕ ਆਏ ਸੀਗੇ ਉਹ ਵੀ ਉੱਥੇ ਗਏ, ਪਰ ਉਹ ਵੀ ਉਦਾਂ ਦੇ ਬਣ ਗਏ, ਬਿਲਕੁਲ ਉਹੀ ਬਣ ਗਏ। ਅਸੀਂ ਇਹ ਪੜ੍ਹਦੇ ਹਾਂ ਕਿ ਤਦ ਲੂਤ ਨੇ ਆਪਣੇ ਲੋਕਾਂ ਨੂੰ ਲੈ ਕੇ ਉਹਨਾਂ ਤੋਂ, ਅਬਰਾਹਮ ਤੋਂ ਵੱਖ ਹੋ ਗਿਆ ਔਰ ਉਸਨੇ ਸਦੋਮ ਤੇ ਗਮੋਰਾ ਦੇ ਬਾਹਰ ਆਪਣੇ ਜਾ ਕੇ ਟੈਂਟ ਲਾ ਦਿੱਤੇ, ਤੰਬੂ ਗੱਡ ਦਿੱਤੇ। ਹੁਣ ਉਹ ਵੀ ਜਿਹੜੇ ਨਾਲ ਜਿਹੜੇ ਗਏ ਉਹ ਵੀ ਲੋਕ ਉਸਦੇ ਨਾਲ, ਉਸਦੇ ਕਾਮੇ ਵੀ ਉਸਦੇ ਨਾਲ। ਔਰ ਜਿਸ ਵੇਲੇ ਉਸਨੇ ਦੇਖੋ, ਉਸਨੇ ਕਿਹਾ ਕਿ ਜਾ ਤੂੰ, ਜੇ ਕੋਈ ਹੋਰ ਹੈ ਤਾਂ ਉਸਨੂੰ ਲੈ। ਇੱਥੇ ਇੱਕ ਬੜੀ ਪਿਆਰੀ ਚੀਜ਼ ਜਿਹੜੀ ਅਸੀਂ ਹਮੇਸ਼ਾ ਮਿਸ ਕਰ ਜਾਂਦੇ। ਤਦ ਉਹਨਾਂ ਦੋਹਾਂ ਮਨੁੱਖਾਂ ਨੇ ਲੂਤ ਨੂੰ ਕਿਹਾ, ਤੇਰੇ ਘਰ ਦੇ ਹੋਰ ਵੀ ਕੋਈ ਜੀ ਇੱਥੇ ਹਨ, ਜਵਾਈ, ਪੁੱਤਰ, ਧੀਆਂ ਜਾਂ ਕੋਈ ਹੋਰ ਸ਼ਹਿਰ ਦੇ ਵਿੱਚ, ਤਾਂ ਤੂੰ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਲੈ ਜਾ। ਅਸੀਂ ਇਸ ਸ਼ਹਿਰ ਨੂੰ ਨਾਸ਼ ਕਰਨ ਵਾਲੇ ਹਾਂ, ਕਿਉਂਕਿ ਸ਼ਹਿਰ ਦੇ ਪਾਪ ਦੀ ਪੁਕਾਰ ਪ੍ਰਭੂ ਤੱਕ ਪਹੁੰਚੀ ਹੈ ਅਤੇ ਉਸਨੇ ਸਾਨੂੰ ਇਸ ਸ਼ਹਿਰ ਨੂੰ ਨਾਸ਼ ਕਰਨ ਦੇ ਲਈ ਘੱਲਿਆ ਹੈ। ਇਹ ਹੈ ਫਰਿਸ਼ਤਿਆਂ ਦੀ ਨੌਲੇਜ। ਫਰਿਸ਼ਤਿਆਂ ਦੀ ਨੌਲੇਜ ਸਿਰਫ ਇੰਨੀ ਆ ਕਿ ਉਹ ਨਾ ਤਾਂ ਸਰਵ ਵਿਆਪੀ ਆ, ਨਾ ਉਹ ਸਰਵ ਗਿਆਨੀ। ਪ੍ਰਭੂ ਨੂੰ ਪਤਾ ਆ, ਪ੍ਰਭੂ ਤੋਂ ਸਿਵਾਏ ਹੋਰ ਕੋਈ ਨਹੀਂ ਜਾਣਦਾ, ਬਾਪ, ਬੇਟਾ, ਪਵਿੱਤਰ ਆਤਮਾ ਤੋਂ ਸਿਵਾਏ ਹੋਰ ਕੋਈ ਨਹੀਂ ਜਾਣਦਾ ਕਿ ਮੇਰੇ ਨਾਲ ਹੋਰ ਕੌਣ ਰਿਲੇਟਡ ਆ, ਅਦਰ ਦੈਨ ਜੇ ਮੈਂ ਕਿਸੇ ਨੂੰ ਦੱਸਦਾ ਤਾਂ ਉਸਨੂੰ ਪਤਾ। ਲੇਕਿਨ ਫਰਿਸ਼ਤਿਆਂ ਦੀ ਜਿਹੜੀ ਨੌਲੇਜ ਆ ਉਹ ਬਹੁਤ ਲਿਮਿਟਡ। ਇਸ ਕਰਕੇ ਉਸਨੇ ਕਿਹਾ ਕਿ ਤੇਰਾ ਕੋਈ ਹੋਰ ਵੀ ਪੁੱਤਰ ਜਾਂ ਧੀਆਂ, ਤਾਂ ਤੂੰ ਉਹਨਾਂ ਨੂੰ ਇੱਥੋਂ ਬਾਹਰ ਲੈ ਜਾ। ਔਰ ਕੀ ਲੂਤ ਨੇ ਕੋਸ਼ਿਸ਼ ਕੀਤੀ? ਬਿਲਕੁਲ ਕੋਸ਼ਿਸ਼ ਕੀਤੀ। ਲੂਤ ਨੇ ਆਪਣੇ ਹੋਣ ਵਾਲੇ ਜਵਾਈਆਂ ਦੇ ਕੋਲ ਗਿਆ ਤੇ ਬੋਲਿਆ, ਇਸ ਸ਼ਹਿਰ ਤੋਂ ਬਾਹਰ ਚਲੋ, ਪ੍ਰਭੂ ਇਸ ਨੂੰ ਨਾਸ਼ ਕਰਨ ਜਾ ਰਿਹਾ ਹੈ। ਪਰ ਉਹ ਨਾ ਮੰਨੀ, ਕਿਉਂਕਿ ਉਹ ਸਮਝ ਰਹੇ ਸਨ ਕਿ ਉਹ ਮਖੌਲ ਕਰ ਰਿਹਾ। ਜਿੱਦਾਂ ਅੱਜ ਪ੍ਰਕਾਸ਼ ਦੀ ਪੋਥੀ ਨੂੰ ਮਖੌਲ ਦੇ ਵਿੱਚ ਲਿਆ ਜਾਂਦਾ ਔਰ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਫਿਰ ਜਦੋਂ ਸਵੇਰ ਹੋਣ ਵਾਲੀ ਸੀ, ਸਵਰਗਦੂਤਾਂ ਨੇ ਲੂਤ ਨੂੰ ਕਿਹਾ, ਉੱਠ, ਆਪਣੀ ਪਤਨੀ, ਦੋਹਾਂ ਧੀਆਂ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਚਲਾ ਜਾ, ਨਹੀਂ ਤਾਂ ਤੂੰ ਬਾਕੀ ਦੇ ਸ਼ਹਿਰ ਦੇ ਨਾਲ ਨਾਸ਼ ਹੋ ਜਾਵੇਗਾ। ਪ੍ਰਭੂ ਉਸ ਤੇ ਕਿਰਪਾਲੂ ਸੀ, ਇਸ ਲਈ ਜਦੋਂ ਉਹ ਹੋਰ ਦੇਰ ਕਰ ਰਿਹਾ ਸੀ, ਸੋ ਉਹ ਜਾਣ ਦਾ ਉੱਥੋਂ ਨਾਂ ਨਹੀਂ ਲੈ ਰਿਹਾ। ਉਹਦਾ ਦਿਲ ਉੱਥੇ ਫਸਿਆ ਉਹਨਾਂ ਚੀਜ਼ਾਂ ਦੇ ਵਿੱਚ। ਤਾਂ ਉਹਨਾਂ ਨੂੰ ਬਾਹੋਂ ਫੜ ਕੇ ਉਸ ਨੂੰ ਬਾਹਰ ਕੱਢਣਾ ਪਿਆ। ਇੰਨੀ ਖਿੱਚ ਹੁੰਦੀ ਹੈ ਧਰਤੀ ਦੀਆਂ ਚੀਜ਼ਾਂ ਦੀ। ਇਹ ਤਾਂ ਪ੍ਰਭੂ ਦੀ ਰਹਿਮ ਹੁੰਦੀ, ਜਿਸ ਲਈ ਬੰਦੇ ਦੀਆਂ ਡੋਰਾਂ ਇੱਧਰੋਂ ਕੱਟ ਹੋ ਕੇ ਉੱਧਰ ਲੱਗਣ ਲੱਗ ਪਏ, ਰੱਸੀਆਂ ਜਿਹੜੇ ਉੱਧਰ ਵੱਜਣ ਲੱਗ ਪਏ। ਬੜੀ ਪ੍ਰਭੂ ਦੀ ਵੱਡੀ ਦਇਆ। ਸੋ ਕੀ ਕਹਿ ਰਿਹਾ? ਉਹਨਾਂ ਦੋਹਾਂ ਨੂੰ ਬਾਹਾਂ ਤੋਂ ਫੜ ਕੇ ਸ਼ਹਿਰ ਤੋਂ ਬਾਹਰ ਕੱਢਿਆ। ਉਹਨਾਂ ਨੇ ਕਿਹਾ, ਤੁਸੀਂ ਸਿੱਧੇ ਪਹਾੜਾਂ ਦੇ ਵੱਲ ਦੌੜ ਜਾਓ, ਪਿੱਛੇ ਮੁੜ ਕੇ ਨਾ ਦੇਖਣਾ ਅਤੇ ਨਾ ਹੀ ਵਾਦੀ ਵਿੱਚ ਖੜੇ ਹੋਣਾ। ਪਰ ਲੂਤ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਕਿਹਾ, ਨਹੀਂ ਮੇਰੇ ਮਾਲਕੋ, ਮੇਰੇ ਤੋਂ ਇਹ ਨਹੀਂ ਹੋ ਸਕੇ, ਕਿਉਂਕਿ ਪਹਾੜ ਦੂਰ ਹਨ। ਤੁਸੀਂ ਮੇਰੇ ਤੇ ਅੱਗੇ ਤਰਸ ਖਾਧਾ ਹੈ, ਮੇਰਾ ਜੀਵਨ ਬਚਾਇਆ, ਹੁਣ ਕਿਤੇ ਮੈਂ ਫਿਰ ਭਿਅੰਕਰ ਖਤਰੇ ਵਿੱਚ ਨਾ ਫਸ ਜਾਵਾਂ ਔਰ ਮਰ ਜਾਵਾਂ। ਇਸ ਲਈ ਜੇਕਰ ਆਗਿਆ ਦੇਵੋ ਤਾਂ ਮੈਂ ਉਸ ਸਾਹਮਣੇ ਪਿੰਡ ਦੇ ਵਿੱਚ ਚਲਾ ਜਾਵਾਂ
क्योंकि वो नेड़े ही है अते निक्का भी है अते इस दे कारण मैं बच जावांगा। हुण देखो की आउंदा, हुण इत्थे बहुत प्यारी एक आयत होगी। वो पिंड भी नाश होने वाला सी नाल ही। उस पिंड का नाश भी इस दे नाल ही होना सी। लेकिन देखो प्रभु ने उसनों कहा ठीक है मैं तेनू ये आज्ञा है, मैं वो पिंड नाश नहीं करांगा। प्रभु नूं 10 नहीं लभे, उसने 4 की खातर एक पिंड छड्ड। और ये है साडा प्रभु की दयालुता, ये है उसकी महानता। प्रभु नाश करने के लिए इन्ना काले दे विच नहीं, बचाने के लिए। ये है उसका दिल। वो पिंड ते उसदे लोग प्रभु ने छड्ड दिते। प्रभु ने कहा ठीक है तेनू आज्ञा है, मैं उस पिंड नूं नाश नहीं करांगा, पर छेती कर अते उत्थे दौड़ जा, क्योंकि मैं उन्ना चिर कुछ नहीं कर सकदा जदों तक कि तू उत्थे पहुंच ना जावीं। अते उस पिंड दा नाम शोऔर पै गया, जिसका मतलब है छोटा छोटा पिंड। और उन्नी देर तक मैं कुछ नहीं कर सकदा। इन्हां शब्दां दे विच प्रभु दा प्यार छुपिया है, ओदी माफी छुपी हुई। वो इन्ना प्यार करदा तो उसने अपना हाथ पीछे खींचे आया, उन्नी देर तक मैं कुछ नहीं कर सकता। पर तू दौड़ के बच जा, चला जाओ। ਜਦੋਂ ਲੂਤ ਸ਼ੋਰ ਦੇ ਵਿੱਚ ਪਹੁੰਚਿਆ ਤਾਂ ਸੂਰਜ ਚੜ ਚੁੱਕਾ ਸੀ। ਤਦ ਪ੍ਰਭੂ ਨੇ ਆਕਾਸ਼ ਤੋਂ ਬਲਦੀ ਗੰਧਕ ਤੇ ਮੀਂਹ ਸਦੂਮ ਅਤੇ ਅਮੋਰਾ ਤੇ ਬਰਾਇਆ। ਉਸਨੇ ਉਹ ਗੰਧਕੀ ਅੱਗ ਨਾਲ ਉਹ ਦੋਵੇਂ ਸ਼ਹਿਰ ਨਾਸ਼ ਕਰ ਦਿੱਤੇ। ਇਸ ਦੇ ਨਾਲ ਹੀ ਉਹ ਵਾਦੀ ਦੇ ਸਾਰੇ ਪ੍ਰਾਣੀਆਂ ਧਰਤੀਆਂ ਨੂੰ ਨਾਸ਼ ਕਰ ਦਿੱਤਾ। ਲੂਤ ਦੀ ਪਤਨੀ ਨੇ ਪਿਛਾਂ ਮੁੜ ਕੇ ਦੇਖਿਆ ਤੇ ਉਹ ਲੂਤ ਦਾ ਖੰਭਾ ਬਣ ਗਿਆ। ਕੱਲ ਨੂੰ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਭੂ ਦੇ ਵਚਨ ਦੇ ਵਿੱਚੋਂ ਸਮਝਾਂਗੇ ਕਿ ਇਸ ਦਾ ਕੀ ਮਤਲਬ। ਅਗਲੀ ਸਵੇਰੇ ਅਬਰਾਹਮ ਨੇ ਉਸ ਥਾਂ ਤੇ ਗਿਆ ਜਿੱਥੇ ਉਹ ਪ੍ਰਭੂ ਦੇ ਨਾਲ ਗੱਲਾਂ ਕੀਤੀਆਂ ਸਨ, ਅਤੇ ਉਸਨੇ ਖੜੇ ਹੋ ਕੇ ਸਦੋਮ ਅਤੇ ਅਮੋਰਾ ਦੇ ਵੱਲ ਦੇਖਿਆ ਤਾਂ ਉਹ ਦੋਵੇਂ ਸ਼ਹਿਰ ਅੱਗ ਦੀ ਭੱਠੀ ਵਾਂਗ ਭਾਂਬੜ ਉੱਠ ਰਹੇ ਸਨ। ਪਰ ਪਰਮੇਸ਼ਰ ਨੇ ਉਸ ਵਾਦੀ ਦੇ ਸ਼ਹਿਰਾਂ ਨੂੰ ਪਰ ਜਦੋਂ ਪਰਮੇਸ਼ਰ ਨੇ ਉਸ ਵਾਦੀ ਦੇ ਸ਼ਹਿਰਾਂ ਨੂੰ ਨਾਸ਼ ਕੀਤਾ ਤਾਂ ਉਸਨੇ ਅਬਰਾਹਮ ਨੂੰ ਯਾਦ ਕੀਤਾ। ਉਸਨੇ ਅਬਰਾਹਮ ਨੂੰ ਯਾਦ ਕੀਤਾ ਅਤੇ ਅਬਰਾਹਮ ਦੇ ਕਾਰਨ, ਉਹ ਸ਼ਬਦ ਫੇਰ ਆ ਗਿਆ ਕਾਰਨ, ਤੂੰ 10 ਦੇ ਕਾਰਨ ਛੱਡ ਦੇਂਗਾ, ਤੂੰ 50 ਦੇ 45 ਦੇ 40 ਦੇ 30 ਦੇ 20 ਦੇ 10 ਦੇ कारण। पर प्रभु ने बचाया तेरी खातर अब्राहम देखा। क्यों? क्योंकि अब्राहम ने प्रभु ते विश्वास किया और वो विश्वास ही उसकी रास्तबाजी सी। और उस रास्तबाजी के कारण प्रभु ने उसनों अपना मित्र होने के लिए चुनिया, उसका चुनाव किया। अब्राहम के कारण उसने लूत नूं उन्हां शहरां दे नाल नाश ना किया। कल नूं असीं अखीरला हिस्सा दोबारा देखांगे और फिर असीं प्रभु दे वचन दे विच अगे वधांगे। और बहुत सारियां चीज़ां असीं 19वें चैप्टर दे विचों देखांगे, क्योंकि इस बहुत सारियां चीज़ां अगे जाके सानूं दिखाई देणियां। असीं हुण ਉਹ ਜਿਹੜੇ ਕਾਵਾਂ ਦੇ ਵਾਂਗ ਜਿਹੜੀਆਂ ਕੌਮਾਂ ਨੇ ਝਪਟਣਾ ਹੈ, ਉਹ ਹੁਣ ਅਸੀਂ ਉਹਨਾਂ ਕੌਮਾਂ ਨੂੰ ਪੈਦਾ ਹੁੰਦੇ ਦੇਖਣਾ, ਉਹਨਾਂ ਕੌਮਾਂ ਦੇ ਪੁਰਖੇ ਪੈਦਾ ਹੁੰਦੇ ਦੇਖਣੇ। ਉਹ ਕਾਂ ਜਿਹਨਾਂ ਨੂੰ ਤੇ ਜਾਨਵਰ ਜਿਹਨਾਂ ਨੂੰ ਉਹ ਉਡਾਉਂਦਾ ਪਿਆ ਸੀ, ਉਹਨਾਂ ਨੂੰ ਅਸੀਂ ਪੈਦਾ ਹੁੰਦੇ ਦੇਖਣੇ। ਸੋ ਕੱਲ ਨੂੰ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਭੂ ਦੇ ਵਿੱਚ ਦੇਖਾਂਗੇ। ਆਓ ਅਸੀਂ ਦੁਆ ਕਰੀਏ ਔਰ ਆਪਣੇ ਆਪ ਨੂੰ ਪ੍ਰਭੂ ਦੀ ਆਰਾਧਨਾ ਕਰੀਏ।
प्यारे प्रभु मैं तेरा बहुत शुक्र करदा तेरी दया तेरे रहम तेरे प्यार ते तू साडा महान परमेश्वर आ तू दयालु आ कृपा मेरे प्यारे प्रभु तेरा प्यार सचमुच महान तेरी दया सचमुच महान हे प्यारे प्रभु तू किस तरह इन्ने असी पाप दे नाल लथपुत हो चुके हैं और पाप दा प्रभु जी इस वेले तां उसदा फल भी पक चुका पर फिर भी प्रभु जी तेरा सब्र साडी समझ तो बाहर तेरा प्यार तेरी दया तेरी कृपा तेरी शांति तेरा आराम ये सारियां चीजां प्रभु जी तू फिर सा प्यारे प्रभु असी केड़े शब्दां नाल तेरा शुक्र करें सदोम अते गमोरा उत्ते ये चीजां हुंदियां होईयां सी प्रभु जी देखदे पए हां लेकिन फिर भी इस दे विच भी तेरा तरस इस दे विच भी तेरी दया तू एक शहर नूं बचा एक शहर नूं नाश नहीं कीता जिहड़ा नाश होण दे योग सी अब्राहम दे घर उसके विश्वास दे विच प्रभु इन्नी शक्ति तू पा दित्ती सो प्यारे प्रभु हुण तो लैके जब तक असी द्वारा मिलीए साडे मनां दे विच ये सब गल्लां प्रभु जी चलदियां रहन और सानू धोंदियां रहन तेरी अग ही धोंदी है प्रभु जी वो सोने वांग सो साफ कर दिया वो साडे अंदरों प्रभु जी सब तरह की बुराई नूं धोंदी है प्यारे प्रभु तो सानू धो सानू साफ कर साडे दिल नूं धो साडे हत्थां नूं धो साडे पैरां नूं धो ताकि असीं तेरे पिछे चल सकें छोटे रस्ते ते चल सकें प्यारे प्रभु तेरी दया साडे नाल बनी रहे तेरा प्यार साडे नाल बनी रहे तेरी राखी साडे नाल बनी रहे सब कुछ असीं अपने प्यारे प्रभु यीशु मसीह दे मिठे और प्यारे साहिब कल नूं मिलांगे सेम टाइम और कल नूं आपां 19वें चैप्टर च बहुत सारियां चीज़ां होर देखांगे क्योंकि 19वां चैप्टर बहुत इंपोर्टेंट चैप्टर और इस दे विचों असीं उन्हां सारियां लोकां नूं देखना जिन्हां दीयां उम्मीदां असीं लगदियां देखणियां और जिन्हां ने सचमुच अब्राहम दी संतान नूं बहुत दुख देना असीं उन्हां नूं देखांगे प्रभु तुहाडे सब दे नाल बने रहे तुहां सब नूं अपनी